ਸ਼੍ਰੀ ਅਕਾਲ जी ਗੂੰਜਾ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਆਪ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਤਕਰੀਬਨ ਇੱਕ ਹਫ਼ਤੇ ਪਹਿਲਾਂ ਬਾਲਾ ਪ੍ਰੀਤਮ ਫਾਰਮੇਸੀ ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਖੋਲ੍ਹਿਆ ਗਿਆ ਤੇ ਤੁਹਾਨੂੰ ਅਸੀਂ ਰਸ਼ ਇੱਥੇ ਦਿਖਾਉਣਾ ਚਾਹੁੰਦੇ ਹਾਂ ਕਿ ਕਿੰਨਾ ਕੁ ਰਸ਼ ਇੱਥੇ ਲੱਗਿਆ ਹੋਇਆ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਯਤਨਾਂ ਸਦਕਾ ਇੱਥੇ ਬਾਲਾ ਪ੍ਰੀਤਮ ਫਾਰਮੇਸੀ ਖੋਲ੍ਹੀ ਗਈ, ਜਿਸ ਦਾ ਲਾਹਾ ਅੱਜ ਸੰਗਤ ਇੱਥੇ ਲੈ ਰਹੀ ਹੈ। ਸਾਡੇ ਨਾਲ ਇੱਥੇ ਮੌਜੂਦ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਸਾਹਿਬ। ਇੱਕ ਹਫ਼ਤਾ ਤਕਰੀਬਨ ਬੀਤ ਚੁੱਕਿਆ ਤੇ ਬਾਲਾ ਪ੍ਰੀਤਮ ਫਾਰਮੇਸੀ ਖੁੱਲੀ ਹੋਈ ਹੈ ਤੇ ਸੰਗਤ ਇੱਥੋਂ ਲਾਹਾ ਲੈ ਰਹੀ ਹੈ। ਹਾਂ ਬਿਲकुल जी, ਸਾਡਾ ਪਰਪਸ ਇਹੀ ਸੀਗਾ ਕਿ ਅਸੀਂ ਲੋਕਾਂ ਨੂੰ ਜੋ ਇੱਕ ਦਵਾਈ ਆ ਉਹ ਇੱਕ ਬਹੁਤ ਨੈਸੈਸਿਟੀ ਹੈ ਇਨਸਾਨ ਦੀ, ਜਦੋਂ ਉਸ 'ਤੇ ਬੀਤਦੀ ਆ ਬਿਮਾਰ ਹੁੰਦਾ। ਔਰ ਖਾਸ ਤੌਰ 'ਤੇ ਇਹ ਵੀ ਜਾਣਕਾਰੀ ਮਿਲੀ ਕਿ ਬਹੁਤ ਸਾਰੇ ਪਰਿਵਾਰ ਜਿਹੜੇ ਨੇ ਉਹਨਾਂ ਦੇ ਘਰ ਅੰਦਰ ਨਿਰੰਤਰ ਹਰ ਮਹੀਨੇ ਇੱਕ ਫਿਕਸ ਦਵਾਈ ਜਾਂਦੀ ਹੈ ਔਰ ਦਵਾਈਆਂ ਕਾਫੀ ਜਿਹੜੀਆਂ ਨੇ ਉਹ ਮਹਿੰਗੀਆਂ ਵੀ ਨੇ, ਕਿਉਂਕਿ ਜਿਹੜੇ ਲੋਕ ਬਿਜ਼ਨਸ ਕਰਦੇ ਨੇ ਉਹਨਾਂ ਨੇ ਕਰੋੜਾਂ ਰੁਪਏ ਖਰਚ ਕੀਤਾ, ਕਿਸੇ ਨੇ ਦੁਕਾਨ ਬਣਾਈ ਆ, ਤਾਂ ਉਹਨਾਂ ਦਾ ਇੱਕ ਬਹੁਤ ਵੱਡਾ ਰੋਜ਼ਗਾਰ ਆ ਔਰ ਉਹਨਾਂ ਨੂੰ ਉਹਦੇ 'ਚ ਕਮਾਈ ਕਰਨੀ ਪਏਗੀ। ਇਸ ਕਰਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਲੋੜਵੰਦ ਲੋਕਾਂ ਦੇ ਵਾਸਤੇ ਇੱਕ ਪ੍ਰयास ਸ਼ੁਰੂ ਕੀਤਾ, ਜਿਹੜਾ ਕਿ ਬਹੁਤ ਵੱਡਾ ਸਫਲ ਹੋਇਆ ਕਿ ਜਿਸ ਰੇਟ 'ਤੇ ਦਵਾਈ ਖਰੀਦੀ ਜਾਵੇ ਉਸੇ ਰੇਟ 'ਤੇ ਦਵਾਈ ਨੂੰ ਵੇਚਿਆ ਜਾਵੇ ਔਰ ਤਾਂ ਕਿ ਲੋੜਵੰਦ ਲੋਕ ਜਿਹੜੇ ਨੇ ਉਹ ਇਹਦਾ ਲਾਹਾ ਲੈ ਸਕਣ। ਔਰ ਇਹਦਾ ਪਹਿਲਾ ਜਿਹੜਾ ਅਸੀਂ ਗੁਰਦੁਆਰਾ ਬੰਗਲਾ ਸਾਹਿਬ ਅਸੀਂ ਸ਼ੁਰੂ ਕੀਤਾ, ਛੇਤੀ ਹੀ ਇਹਨੂੰ ਬਾਕੀ ਗੁਰੂ ਘਰਾਂ ਦੇ ਅੰਦਰ ਵੀ ਅਸੀਂ ਲੈ ਕੇ ਜਾ ਰਹੇ ਹਾਂ। ਪਰ ਅਸੀਂ ਇਹ ਦੇਖਿਆ ਕਿ ਇੱਥੇ ਬਹੁਤ ਵੱਡਾ ਇਹ ਸਕਸੈਸ ਰਿਹਾ ਔਰ ਟੀਥਿੰਗ ਪ੍ਰੋਬਲਮਸ ਆਉਂਦੀਆਂ ਨੇ, ਅਜੇ ਲਾਈਨਾਂ ਲੰਬੀਆਂ ਲੱਗ ਰਹੀਆਂ ਨੇ, ਉਹਦੇ ਕਾਊਂਟਰ ਵਧਾਏ ਜਾ ਰਹੇ ਨੇ। ਪਰ ਉਹ ਕਿੰਨੇ ਕੁ ਕਾਊਂਟਰ ਵਧਾਏ ਗਏ? ਹੁਣ ਡਬਲ ਕੀਤੇ ਜਾਣਗੇ, ਕੰਮ ਸ਼ੁਰੂ ਹੋ ਗਿਆ। ਸੋ ਪਹਿਲਾਂ 4 ਨੇ, ਹੁਣ ਇਹਨੂੰ 8 ਕਾਊਂਟਰ ਕੀਤੇ ਜਾਣਗੇ। ਔਰ ਜਿਹੜੀਆਂ ਛੋਟੀ ਪ੍ਰੋਬਲਮਸ ਜਿਹਨੂੰ ਕੋਈ ਨਵਾਂ ਕੰਮ ਕਰਦੇ ਚਾਹੁੰਦੀਆਂ ਨੇ, 7 ਦਿਨ ਹੋਏ ਨੇ ਅਜੇ, ਪਰ ਇੱਕ ਗੱਲ ਜ਼ਰੂਰ ਸਮਝ ਆਈ ਕਿ ਲੋਕਾਂ ਨੂੰ ਇਹਦੀ ਲੋੜ ਆ ਇਸੇ ਕਰਕੇ ਲੋਕ ਇੰਨੀ ਦੂਰ ਤੱਕ ਪਹੁੰਚਦੇ ਨੇ ਔਰ ਲੋੜ ਆ ਇਸੇ ਕਰਕੇ ਲਾਈਨ 'ਚ ਲਾ ਕੇ ਅੱਧਾ ਘੰਟਾ ਇੰਤਜ਼ਾਰ ਕਰਦੇ ਨੇ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਬਾਲਾ ਪ੍ਰੀਤਮ ਫਾਰਮੇਸੀ ਖੋਲ੍ਹੀ। ਅਸੀਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਸੀ ਕਿ ਵਿਰੋਧੀਆਂ ਦੇ ਉਦੋਂ ਬਿਆਨ ਆਉਣੇ ਸ਼ੁਰੂ ਹੋ ਗਏ ਸੀ ਕਿ 1-2 ਦਿਨ ਦੇ ਅੰਦਰ ਬੰਦ ਹੋ ਜਾਣਗੇ, ਪਰ ਇਹ 7 ਦਿਨ ਹੋ ਚੁੱਕੇ ਨੇ। 7 ਦਿਨ ਤੋਂ ਬਾਅਦ ਹਲੇ ਵੀ ਨਿਰੰਤਰ ਜਾਰੀ ਹੈ ਤੇ ਰਸ਼ ਵੀ ਉਸ ਤੋਂ ਦੁੱਗਣਾ ਲੱਗਿਆ ਹੋਇਆ। ਦੇਖੋ, ਸਾਡਾ ਪਰਪਸ ਵਿਰੋਧੀਆਂ ਦੀਆਂ ਕੋਈ ਗੱਲਾਂ ਦਾ ਜਵਾਬ ਦੇਣਾ ਨਹੀਂ ਹੈਗਾ, ਉਹ ਮੂੰਹ ਬੋਲਦੀਆਂ ਚੀਜ਼ਾਂ ਨੇ। ਪਹਿਲੀ ਗੱਲ ਇਹ ਸਮਝ ਲਈਏ ਕਿ ਵਿਰੋਧੀ ਜਿਹੜੇ ਨੇ ਉਹ ਸਾਡੇ ਵਿਰੋਧੀ ਨਹੀਂ ਹੋ ਗਏ, ਉਹ ਹੁਣ ਗੁਰੂ ਘਰਾਂ ਦੇ ਵਿਰੋਧੀ ਹੋ ਗਏ ਨੇ। ਵਿਰੋਧ ਉਦੋਂ ਤੱਕ ਠੀਕ ਸੀ ਜਦੋਂ ਤੱਕ ਉਹ ਸਾਡਾ ਕਰਦੇ ਸੀ। ਅੱਜ ਉਹਨਾਂ ਦਾ ਵਿਰੋਧ ਕੀ ਹੁੰਦਾ ਹੈ? ਗੁਰਦੁਆਰੇ ਦੇ ਲੰਗਰ ਦਾ ਵਿਰੋਧ ਕਰੋ, ਗੁਰਦੁਆਰੇ ਦੀ ਪ੍ਰਥਾ ਦਾ ਵਿਰੋਧ ਕਰੋ, ਗੁਰਦੁਆਰੇ ਦੀ ਅਰਦਾਸ ਦਾ ਵਿਰੋਧ ਕਰੋ, ਗੁਰਦੁਆਰੇ ਦੇ ਅੰਦਰ ਜਿਹੜੇ ਨੇਕ ਕੰਮ ਹੋ ਰਿਹਾ ਉਹਨੂੰ ਰੋਕੋ, ਉਹਦਾ ਕਿਸੇ ਤਰੀਕੇ ਰੋਕਾ ਗਿਆ। ਸੋ ਹੁਣ ਉਹ ਸਾਡੇ ਵਿਰੋਧੀ ਨਹੀਂ ਰਹੇ, ਹੁਣ ਉਹ ਗੁਰੂ ਦੇ ਵਿਰੋਧੀ ਹੋ ਗਏ ਆ। ਔਰ ਜਿਹੜਾ ਬੰਦਾ ਗੁਰੂ ਦਾ ਵਿਰੋਧੀ ਹੋ ਜੀ ਉਹਦੇ ਸਾਨੂੰ ਜਵਾਬ ਦੇਣ ਦੀ ਲੋੜ ਨਹੀਂ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨਿਰੰਤਰ ਸੇਵਾ ਕਰ ਰਹੀ ਹੈ ਜਦੋਂ ਤੋਂ ਇਹ ਮਹਾਮਾਰੀ ਸ਼ੁਰੂ ਹੋਈ ਹੈ। ਅਸੀਂ ਇਸ ਪ੍ਰੋਗਰਾਮ ਦੇ ਅੰਤ ਦੇ ਵਿੱਚ ਹਰ ਵਾਰੀ ਇੱਕ ਵੈਬਸਾਈਟ ਦੱਸਦੇ ਹੁੰਦੇ ਹਾਂ, ਜਿੱਥੇ ਅਗਰ ਕਿਸੇ ਨੂੰ ਕੋਈ ਦਿੱਕਤ ਹੋਵੇ ਤੇ ਉਸ ਵੈਬਸਾਈਟ ਦੇ ਉੱਤੇ ਆਪਣਾ ਕਮੈਂਟ ਪਾ ਸਕਦਾ। ਸਾਡੇ ਕੋਲ ਇੱਕ ਕਮੈਂਟ ਆਇਆ ਸੀਗਾ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਇਹ ਸਵਾਲ ਪੁੱਛਿਆ ਜਾਵੇ ਕਿ ਇਹ ਕੰਮ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਚੋਣਾਂ ਜਿੱਤਣ ਵਾਸਤੇ ਕਰ ਰਹੀ ਹੈ। ਇਹ ਤਾਂ ਸਵਾਲ ਹਮੇਸ਼ਾ ਆਉਂਦਾ, ਕੋਈ ਵੀ ਆਪਾਂ ਜਦੋਂ ਕੰਮ ਕਰਦੇ ਹਾਂ ਨਾ, 1984 ਦੀ ਗੱਲ ਕਰਦੇ ਹਾਂ ਤੇ ਜਿਹੜਾ ਇੱਕ ਸੈਕਸ਼ਨ ਵਿਰੋਧ ਦਾ ਹੁੰਦਾ ਉਹ ਕਹਿੰਦਾ ਜੀ ਚੋਣਾਂ ਆ ਗਈਆਂ ਇਸ ਕਰਕੇ ਕਰਦੇ ਨੇ। ਫਿਰ ਆਪਾਂ ਕੋਈ ਨਵਾਂ ਉਪਰਾਲਾ ਕਰਦੇ ਹਾਂ, ਲੰਗਰਾਂ ਦਾ ਕੰਮ ਕੀਤਾ, ਇਹ ਜੀ ਚੋਣਾਂ ਆ ਗਈਆਂ ਇਸ ਕਰਕੇ ਕਰਦੇ ਪਏ ਨੇ। ਸੋ ਇਹ ਲੋਕਾਂ ਨੇ ਕਹਿਣਾ ਹੀ ਆ। ਗੁਰਦੁਆਰਾ ਪ੍ਰਬੰਧ ਦਾ ਕੰਮ ਕੀ ਆ? ਗੁਰੂ ਘਰ ਦੇ ਅੰਦਰ ਵੱਧ ਤੋਂ ਵੱਧ ਮਾਨਵਤਾ ਦੀ ਸੇਵਾ ਕੀਤੀ ਜਾ ਸਕੇ। ਸਾਡੀਆਂ ਫਾਰਮੇਸੀਆਂ ਚੱਲਦੀਆਂ ਨੇ, ਸਾਡੀਆਂ ਡਿਸਪੈਂਸਰੀਆਂ ਚੱਲਦੀਆਂ ਨੇ, ਸਾਡੇ ਹੌਸਪੀਟਲਸ ਨੇ। ਇਹ ਕੋਈ ਕੰਮ ਨਵਾਂ ਨਹੀਂ ਹੈਗਾ। ਹਾਂ, ਇਸ ਨੂੰ ਸੁਧਾਰ ਲਗਾਤਾਰ ਨਿਰੰਤਰ ਚੱਲਦਾ ਰਹਿੰਦਾ। ਅੱਗੇ ਸਾਡੀ ਡਿਸਪੈਂਸਰੀ 'ਚ ਦਵਾਈ ਮਿਲਦੀ ਸੀ, ਅਸੀਂ ਸਮਝੇ ਕਿ ਉਹ ਦਵਾਈ ਜਿਹੜੀ ਆ ਸੀਮਿਤ ਚੀਜ਼ਾਂ ਦੀ ਮਿਲਦੀ ਆ, ਉਸ ਨੂੰ ਵੱਡੇ ਪੱਧਰ 'ਤੇ ਲੈ ਕੇ ਆਓ। ਹੁਣ ਇਹਨੂੰ ਕੋਈ ਚੁਣਾਵ ਨਾਲ ਜੋੜੇਗਾ, ਉਹਦੀ ਵੀ ਮਰਜ਼ੀ ਆ। ਪਰ ਕਿਆ ਗੁਰੂ ਘਰ ਦੇ ਅੰਦਰ ਜਿਹੜਾ ਵੀ ਪ੍ਰਬੰਧ ਸੰਭਾਲ ਰਿਹਾ ਉਹਦਾ ਫਰਜ਼ ਨਹੀਂ ਬਣਦਾ ਕਿ ਮਾਨਵਤਾ ਦੀ ਸੇਵਾ ਦੇ ਅੰਦਰ ਐਸੇ ਕਦਮ ਚੁੱਕੇ ਜਾਣ? ਮੇਰਾ ਫਰਜ਼ ਬਣਦਾ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਫਿਰ ਤਾਂ ਚੀਨ ਦੇ ਰਾਸ਼ਟਰਪਤੀ ਨੂੰ ਫੋਨ ਕੀਤਾ ਹੋਏਗਾ ਵੀ ਤੁਸੀਂ ਕਰੋਨਾ ਭੇਜ ਦਿਓ, ਅਸੀਂ ਇਲੈਕਸ਼ਨ ਜਿੱਤ ਜਾਵਾਂਗੇ, ਫਿਰ ਤੁਸੀਂ ਵਾਪਸ ਲੈ ਜਾਇਓ। ਇਹੀ ਗੱਲ ਸਮਝਿਆ ਜਾ ਸਕਦੀ ਹੈ। ਫਿਰ ਤਾਂ ਇਹੀ ਗੱਲ ਹੋਊ ਵੀ ਤੁਸੀਂ ਕਰੋਨਾ ਭੇਜ ਦਿਓ, ਅਸੀਂ ਕਰੋਨਾ 'ਚ ਲੰਗਰ ਬਣਾਵਾਂਗੇ, ਲੰਗਰ ਵਰਤਾਵਾਂਗੇ, ਫਿਰ ਦੁਨੀਆ ਵਾਹ ਕਰੂਗੀ, ਦੇਸ਼ ਦਾ ਪ੍ਰਧਾਨ ਮੰਤਰੀ ਤੁਹਾਨੂੰ ਵਧਾਈ ਦੇਊਗਾ, ਉਹਦੇ ਅਸੀਂ ਚੁਣਾਵ ਜਿੱਤ ਜਾਵਾਂਗੇ। ਦੇਖੋ, ਗੁਰੂ ਦਾ ਸਿੱਖ ਜਿਹੜਾ ਹੈ ਨਾ, ਉਹ ਗੁਰੂ ਦੇ ਸਿਧਾਂਤਾਂ 'ਤੇ ਪਹਿਰਾ ਦਿੰਦਾ ਹੈ। ਜਦੋਂ ਵੀ ਤੁਸੀਂ ਕਿਸੇ ਸਿਧਾਂਤ 'ਤੇ ਪਹਿਰਾ ਦਿੰਦੇ, ਜੇ ਤੁਹਾਡਾ ਵਿਰੋਧ ਹੋਣਾ ਹੈ, ਉਹਦੇ 2 ਕਾਰਨ ਹੁੰਦੇ ਨੇ। ਪਹਿਲਾ ਕਾਰਨ, ਜਿਹੜੇ ਲੋਕ ਤੁਹਾਡੇ ਨਿੱਜੀ ਵਿਰੋਧੀ ਆ ਉਹਨਾਂ ਨੂੰ ਲੱਗਦਾ ਹੈ ਕਿ ਇਹਦੇ ਨਾਲ ਇਹਦਾ ਫਾਇਦਾ ਹੋ ਰਿਹਾ, ਇਹਨੂੰ ਨੁਕਸਾਨ ਕਰਿਆ ਜਾਵੇ। ਦੂਜੀ ਗੱਲ, ਗੁਰੂ ਘਰਾਂ ਦੇ ਵਿਰੋਧੀ ਵੀ ਹੈਗੇ ਨੇ ਜਿਹੜੇ ਸਾਡੇ ਤੋਂ ਈਰਖਾ ਕਰਦੇ ਨੇ, ਦੂਜੇ ਧਰਮਾਂ ਦੇ ਲੋਕ ਵੀ ਹੈਗੇ ਨੇ। ਫਿਰ ਉਹ ਉਹਨਾਂ ਨੂੰ ਵੀ ਇਸਤੇਮਾਲ ਕਰਦੇ ਨੇ ਔਰ ਇਸ ਤਰ੍ਹਾਂ ਦਾ ਬਣਾਉਣ ਦੀ ਫਾਇਦਾ ਕੋਸ਼ਿਸ਼ ਕਰਦੇ ਨੇ। ਸਾਨੂੰ ਦੂਜੇ ਵਾਲਿਆਂ ਦਾ ਅਫਸੋਸ ਨਹੀਂ, ਪਰ ਸਾਨੂੰ ਪਹਿਲੇ ਵਾਲਿਆਂ ਦਾ ਅਫਸੋਸ ਜ਼ਰੂਰ ਰਹਿੰਦਾ ਹੈ। ਇੱਕ ਸਿੱਖ ਜਿਹੜਾ ਹੈ ਉਹਦੀ ਭਾਵਨਾ ਇਹ ਨਹੀਂ ਹੋਣੀ ਚਾਹੀਦੀ ਕਿ ਮੈਂ ਚੁਣਾਵ ਜਿੱਤੂੰਗਾ ਜਾਂ ਹਾਰੂੰਗਾ। ਗੁਰਦੁਆਰਾ ਦਾ ਪ੍ਰਬੰਧ ਚਲਾਉਣਾ ਹੈ,
ਇਹਦੇ ਅੰਦਰ ਹਰ ਸਿੱਖ ਦੀ ਕੋਸ਼ਿਸ਼ ਹੋਣੀ ਚਾਹੀਦੀ ਕਿ ਪਹਿਲਾ ਕੰਮ ਇਹ ਕਰਾਂ ਕਿ ਮੈਂ ਸਿੱਖੀ ਦੀ ਵਡਿਆਈ ਤੇ ਕਰਾਂ। ਜਦੋਂ ਇਲੈਕਸ਼ਨ ਉਦੋਂ ਮੈਂ ਉਹਦੀ ਗੱਲ ਕਰੂੰਗਾ। ਲੇਕਿਨ ਅੱਜ ਚੀਜ਼ਾਂ ਬਦਲ ਗਈਆਂ ਨੇ, ਲੋਕ ਸੈਲਫਿਸ਼ ਹੋ ਗਏ ਨੇ, ਲੋਕ ਸੈਲਫ ਸੈਂਟਰਿਕ ਹੋ ਗਏ ਨੇ, ਲੋਕਾਂ ਦੀ ਸੋਚ ਸੀਮਤ ਹੋ ਗਈ ਆ। ਵਰਨਾ ਤੁਸੀਂ ਦੱਸੋ, ਬੜੇ ਛੋਟੀ ਜਿਹੀ ਗੱਲ ਦਾ ਮੈਂ ਤੁਹਾਨੂੰ ਸਵਾਲ ਪੁੱਛਦਾ, ਦੇਸ਼ ਦੇ ਪ੍ਰਧਾਨ ਮੰਤਰੀ ਨੇ ਬੰਗਲਾ ਸਾਹਿਬ ਦੇ ਅੰਦਰ ਹੋ ਰਹੀਆਂ ਸੇਵਾਵਾਂ ਦੇ ਵਾਸਤੇ ਵਧਾਈ ਦਿੱਤੀ, ਸਿੱਖ ਕੌਮ ਨੂੰ ਦਿੱਤੀ, ਕੋਈ ਮਿਹਨਤ ਦਿੱਤੀ ਨਹੀਂ। ਬਿਲਕੁਲ। ਪਰ ਇਹਨਾਂ ਸਿੱਖ ਲੀਡਰਾਂ ਨੂੰ ਕੀ ਪ੍ਰੋਬਲਮ ਹੈ, ਇਹਨਾਂ ਨੇ ਵਧਾਈ ਨਹੀਂ ਦਿੱਤੀ? ਇਹਨਾਂ ਦੇ ਫੇਸਬੁੱਕਾਂ 'ਤੇ ਕੀ ਪ੍ਰੋਬਲਮ ਹੋ ਗਈ, ਇਹ ਨਹੀਂ ਬੋਲੇ? ਦੇਸ਼ ਦਾ ਪ੍ਰਧਾਨ ਮੰਤਰੀ ਬੋਲ ਰਿਹਾ, ਦੇਸ਼ ਦੇ ਵੱਡੇ ਵੱਡੇ ਲੋਕ ਬੋਲ ਰਹੇ, ਦੁਨੀਆ ਦੇ ਟੀਵੀ ਚੈਨਲ ਬੋਲ ਰਹੇ ਨੇ। ਜੇ ਇਹ ਸਿੱਖ ਨੇ ਤਾਂ ਫਿਰ ਇਹ ਕਿਉਂ ਨਹੀਂ ਬੋਲ ਰਹੇ? ਪਰ ਅਸੀਂ ਔਖੀ ਘੜੀ ਦੇ ਵਿੱਚ ਇਕੱਠੇ ਖੜੇ ਨਹੀਂ ਹੋ ਸਕਦੇ ਇੱਕ ਜਗ੍ਹਾ? ਨਹੀਂ, ਅਸੀਂ ਤਾਂ ਖੜੇ ਹੀ ਹਾਂ। ਜਿਨ੍ਹਾਂ ਨੇ ਨਹੀਂ ਖੜੇ ਤਾਂ ਸਵਾਲ ਉਹਨਾਂ ਨੂੰ ਪੁੱਛਿਆ ਜਾਏਗਾ ਨਾ। ਅਸੀਂ ਤਾਂ, ਸਾਡਾ ਤਾਂ ਸੇਵਾ ਹੀ ਕਰਨਾ ਫਰਜ਼ ਹੈ, ਅਸੀਂ ਤਾਂ ਹੱਥ ਜੋੜ ਕੇ ਸਭ ਨੂੰ ਜੋੜਦੇ ਹਾਂ ਨਾਲ। ਹੁਣ ਜਿਹੜੇ ਨਹੀਂ ਖੜੇ ਹੋ ਪਾ ਰਹੇ ਉਹਨਾਂ ਨੂੰ ਪੁੱਛਿਆ ਜਾਵੇ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਲੰਗਰ ਵੀ ਵਰਤਾਏ, ਰਹਿਣ ਵਾਸਤੇ ਲੋਕਾਂ ਨੂੰ ਜਗ੍ਹਾ ਵੀ ਦਿੱਤੀ। ਇੱਥੋਂ ਤੱਕ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਕੈਸ਼, ਹਾਲਾਂਕਿ ਮੈਂ ਅੱਜ ਤੱਕ ਨਹੀਂ ਦੇਖਿਆ ਵੀ ਕਿਸੇ ਨੂੰ ਕੈਸ਼ ਦਿੰਦੇ ਹੋਏ ਦੇਖਿਆ ਹੋਵੇ, ਮੈਂ ਕੈਸ਼ ਵੀ ਦੇਖਿਆ ਵੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕੈਸ਼ ਵੀ ਮੁਹੱਈਆ ਕਰਵਾਇਆ ਗਿਆ, ਲੰਗਰ ਘਰ ਤੱਕ ਵੀ ਪਹੁੰਚਾਇਆ ਗਿਆ, ਰਾਸ਼ਨ ਵੀ ਦਿੱਤਾ ਗਿਆ। ਹੁਣ ਫਾਰਮੇਸੀ ਦੀ ਗੱਲ ਕਰੀਏ, ਹੁਣ ਫਾਰਮੇਸੀ ਵੀ ਖੋਲ੍ਹਤੀ, ਸਸਤੇ ਦਾਮ ਤੇ ਦਿੱਤੇ ਜਾ ਰਹੇ ਆ। ਅਗਲਾ ਸਟੈਪ ਕੀ ਰਹਿਣ ਵਾਲਾ? ਹੁਣ ਮੇਰੇ ਖਿਆਲ ਨਾਲ ਤਾਂ ਕੁਝ ਬਚਿਆ ਨਹੀਂ। ਉਹ 400 ਅੱਜ 400 ਅਫਗਾਨੀ ਸਿੱਖ ਜਿਹੜੇ ਨੇ ਉਹ ਸਾਡੇ ਕੋਲ ਇੱਥੇ ਰਹਿ ਰਹੇ ਨੇ, ਅੱਜ ਹੋਰ ਆ ਰਹੇ ਨੇ। ਇਹਦੇ ਤੇ ਵੀ ਲੋਕਾਂ ਕਿੰਤੂ ਪਰੰਤੂ ਕਰਤੀ। ਉਹ ਕਿੱਡੇ ਮਾੜੇ ਹਾਲਾਤਾਂ ਤੋਂ ਉੱਥੋਂ ਚੱਲੇ। ਬਿਲਕੁਲ। ਉਹਨਾਂ ਦੀ ਸਿੱਖੀ ਦੇ ਪ੍ਰਤੀ ਸਾਡਾ ਸੀਸ ਝੁਕਦਾ ਹੈ, ਉਹਨਾਂ ਦੇ ਚਰਨਾਂ ਦੀ ਧੂੜ ਸਾਨੂੰ ਮਸਤਕ ਲਾਉਣੀ ਚਾਹੀਦੀ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਵੀ ਨਾਲ ਲੈ ਕੇ ਆਏ ਨੇ, ਸਰੂਪ ਲੈ ਕੇ ਆਏ। ਇਹ ਵੀਡੀਓ ਪਾਤੀ ਹੈ ਜੀ, ਦੇਖੋ ਜੀ ਇੱਕ ਚੌਰ ਆ, ਹੁਣ ਉੱਥੋਂ ਚੌਰ ਇੱਕ ਲੈ ਕੇ ਆਏ ਤੇ ਮੈਂ ਉਹਨਾਂ ਨੂੰ ਜਹਾਜ਼ 'ਚ ਵਾਪਸ ਭੇਜਦਾ, ਅਫਗਾਨਿਸਤਾਨ ਜਾਓ ਜੀ ਵਾਪਸ, ਬਾਕੀ ਚੌਰਾਂ ਲੈ ਕੇ ਆਓ ਪਹਿਲਾਂ। ਕਿਆ ਇਹ ਆ ਸਿੱਖੀ ਆ? ਬਈ ਉਹ ਵਿਚਾਰੇ ਐਡੀ ਤਕਲੀਫ 'ਚੋਂ ਦੁੱਖ 'ਚੋਂ ਆਏ ਨੇ, ਤੁਸੀਂ ਉਹਨਾਂ ਦਾ ਭਾਵਨਾ ਵੀ ਨਹੀਂ ਸਮਝਣਾ ਚਾਹੁੰਦੇ। ਇਹ ਸਮਝਾਉਂਦਾ ਜਦੋਂ ਸਿੱਖੀ ਦਾ, ਇਹ ਸਿੱਖ ਜਿਹੜੇ ਨੇ ਇਹ ਸਿੱਖ ਨਹੀਂ ਰਹਿ ਗਏ, ਇਹ ਕੇਵਲ ਔਰ ਕੇਵਲ ਢੌਂਕੜੇਬਾਜ਼ ਲੋਕ ਰਹਿ ਗਏ ਨੇ, ਜਿਨ੍ਹਾਂ ਨੂੰ ਨਾ ਸਿੱਖੀ ਨਾਲ ਆ ਨਾ ਸਿੱਖ ਸਿਧਾਂਤਾਂ ਨਾਲ ਆ। ਸਾਡਾ ਇਹ ਨਹੀਂ ਕਿ ਅਸੀਂ ਕੀ ਕਰਤਾ ਔਰ ਕੀ ਹੋਰ ਕਰਾਂਗੇ, ਸਾਡਾ ਪਰਪਸ ਇਹ ਨਹੀਂ ਹੈਗਾ। ਬਹੁਤ ਜਲਦੀ ਅਸੀਂ IAS IPS ਦੇ ਵਾਸਤੇ ਅਕੈਡਮੀ ਸ਼ੁਰੂ ਕਰਨ ਜਾ ਰਹੇ ਹਾਂ। ਸਾਡੇ ਬੱਚੇ ਡਾਕਟਰ ਬਣਨ, ਸਾਡੇ ਬੱਚੇ ਇੰਜੀਨੀਅਰ ਬਣਨ, ਇਹਦੀ ਅਸੀਂ ਚਿੰਤਾ ਕਰਨ ਜਾ ਰਹੇ ਹਾਂ। ਔਰ ਉਹਨਾਂ ਨੂੰ ਜਗ੍ਹਾ 'ਤੇ ਨੌਕਰੀ ਮਿਲੇ, ਇਹਦੀ ਅਸੀਂ ਚਿੰਤਾ ਕਰਨ ਜਾ ਰਹੇ ਹਾਂ। ਇਹ ਉਪਰਾਲੇ 6 ਸਾਲ ਪਹਿਲਾਂ ਵੀ ਕੀਤੇ ਜਾ ਸਕਦੇ ਸੀ, ਪਰ ਪਹਿਲਾਂ ਕਮੇਟੀਆਂ ਦੇ ਪ੍ਰਧਾਨਾਂ ਦੀ ਕੀ ਸੋਚ ਸੀ? ਉਹਨਾਂ ਨੂੰ ਆਪਣੇ ਘਰਾਂ ਦੀ ਚਿੰਤਾ ਸੀ, ਉਹਨਾਂ ਨੂੰ ਆਪਣੇ ਬੱਚਿਆਂ ਦੀ ਚਿੰਤਾ ਸੀ। ਇਹ ਕਾਰਨ ਸੀ ਕਿ ਉਪਰਾਲੇ ਉਹ ਨਹੀਂ ਕਰ ਸਕੇ। ਪਰ ਇਹ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਕਿ IPS ਵਾਸਤੇ ਸੈਂਟਰ ਖੋਲ੍ਹੇ ਜਾਣਗੇ, ਸ਼ੁਰੂਆਤ ਉਹਨਾਂ ਦੀ ਕਿੱਥੋਂ ਰੱਖਣ ਦੀ ਸੋਚੀ ਹੈ? ਸ਼ੁਰੂਆਤ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀ ਆਪਣੇ ਜਿਹੜੇ ਸਾਡੇ ਸਿੱਖ ਸੰਸਥਾਨ ਨੇ ਉਹਨਾਂ ਦੇ ਅੰਦਰ ਹੀ ਅਸੀਂ ਕਰਾਂਗੇ। ਸਾਡੇ ਨਾਲ ਇੱਥੇ ਬਣੇ ਹੋਏ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ। ਸਾਡੀ ਇਹ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਕਈ ਵੱਡੇ ਪ੍ਰੋਗਰਾਮ ਕਰਵਾਏ। ਆਉਣ ਵਾਲੇ ਸਮੇਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ, ਉਹਨੂੰ ਕਿਸ ਤਰ੍ਹਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਮਨਾਏਗੀ? ਦੇਖੋ, ਸਿੱਖਾਂ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹਾਦਤ ਦੀ ਜਾਣਕਾਰੀ ਹੈ, ਪਰ ਗੈਰ ਸਿੱਖਾਂ 'ਚ ਨਹੀਂ। ਉਹਨਾਂ ਨੇ ਤਿਲਕ ਜੰਜੂ ਵਾਸਤੇ ਬਹੁਤ ਵੱਡੀ ਸ਼ਹਾਦਤ ਦਿੱਤੀ ਔਰ ਹਿੰਦੂ ਧਰਮ ਦੀ ਰੱਖਿਆ ਕੀਤੀ। ਔਰ ਉਹ ਹਾਲਾਤ ਐਸੇ ਸੀ ਕਿ ਜਦੋਂ ਕੋਈ ਇਨਸਾਨ ਇਹਦੀ ਜ਼ਰੂਰਤ ਵੀ ਨਹੀਂ ਕਰਦਾ ਸੀ ਕਿ ਉਹ ਆਪਣੇ ਬੱਚਿਆਂ ਵਾਸਤੇ ਵੀ ਖੜਾ ਹੋ ਸਕੇ। ਹਾਲਾਤ ਇਹੋ ਜਿਹੇ ਸੀਗੇ। ਮੁਗਲ ਰਾਜ ਸੀਗਾ, ਔਰੰਗਜ਼ੇਬ ਦੀ ਹੁਕਮ ਸੀਗਾ ਕਿ ਹਿੰਦੂ ਧਰਮ ਨੂੰ ਖਾਤਮਾ ਕਰਕੇ ਉਹਨਾਂ ਨੂੰ ਜਾਂ ਮੁਸਲਮਾਨ ਬਣਾਇਆ ਜਾਏ ਜਾਂ ਖਤਮ ਕਰਤਾ ਜਾਵੇ। ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੰਨੀ ਵੱਡੀ ਸ਼ਹਾਦਤ ਦੇ ਕੇ ਔਰ ਇਸ ਧਰਮ ਨੂੰ ਬਚਾਉਣਾ ਕੀਤਾ। ਇਹਦੀ ਜਾਣਕਾਰੀ ਲੋਕਾਂ ਤੱਕ ਅਸੀਂ ਨਹੀਂ ਨਾਕਾਮ ਰਹੇ ਪਹੁੰਚਾਉਣ 'ਚ। ਇਹ ਸਾਡਾ ਕਸੂਰ ਹੈ, ਕਿਸੇ ਦਾ ਕਸੂਰ ਨਹੀਂ ਹੈਗਾ। ਇਹ ਸਾਡਾ ਫਰਜ਼ ਅੱਜ ਇਹ ਆ ਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਸ ਸ਼ਤਾਬਦੀ ਨੂੰ ਲੋਕਾਂ ਦੇ ਘਰ ਪਹਿਲਾਂ ਇਹ ਮੈਸੇਜ ਤੇ ਪਹੁੰਚਾਈਏ। ਇਸ ਵਾਸਤੇ ਅਸੀਂ ਉਸ ਵੱਡੇ ਸੱਤਰ ਦੇ ਪ੍ਰੋਗਰਾਮ ਕਰ ਰਹੇ ਹਾਂ, ਜਿਸ ਦੇ ਨਾਲ ਅਸੀਂ ਗੁਰੂ ਘਰਾਂ ਦੇ ਨਾਲ ਨਾਲ ਗੁਰੂ ਘਰਾਂ ਦੇ ਬਾਹਰ ਵੀ ਗੈਰ ਸਿੱਖਾਂ 'ਚ ਵੀ ਇਸ ਸੰਦੇਸ਼ ਨੂੰ ਪਹੁੰਚਾ ਸਕੀਏ ਕਿ ਕਿਉਂ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਦੀ ਮਿੱਟੀ ਨੂੰ ਰੋਜ਼ ਨਤਮਸਤਕ ਕਰਨਾ ਚਾਹੀਦਾ, ਕਿਉਂ ਤੁਹਾਨੂੰ ਰੋਜ਼ ਆ ਕੇ ਸੀਸਗੰਜ ਸਾਹਿਬ ਦੀ ਮਿੱਟੀ ਨੂੰ ਸਿਰ ਮੱਥੇ ਲਾਉਣਾ ਚਾਹੀਦਾ, ਔਰ ਕਿਵੇਂ ਤੁਹਾਡੇ ਧਰਮ ਬਚੇਗਾ। ਗੁਰੂ ਨਾਨਕ ਦੇਵ ਜੀ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਜਿੱਦਾਂ ਤੁਸੀਂ ਮੈਟਰੋਜ਼ ਦੇ ਵਿੱਚ ਜਾਂ ਏਅਰਵੇਜ਼ ਦੇ ਵਿੱਚ ਵੀ ਕਈ ਜਗ੍ਹਾ ਤੁਸੀਂ ਪ੍ਰਚਾਰ ਕੀਤਾ ਸੀ, ਇਸ ਵਾਰੀ ਇੱਦਾਂ ਦਾ ਕੁਝ ਦੇਖਣ ਨੂੰ ਮਿਲੇਗਾ? ਬਿਲਕੁਲ ਮਿਲੇਗਾ, ਉਸ ਤੋਂ ਵੱਖਰਾ ਮਿਲੇਗਾ ਔਰ ਉਸ ਤੋਂ ਵੱਡਾ ਮਿਲੇਗਾ। ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜਿਸ ਤਰੀਕੇ ਅਸੀਂ ਪ੍ਰਚਾਰ ਕੀਤਾ, ਉਹ ਤੋਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਹੋਰ ਸਮਝ ਆਈਆਂ। ਉਹ ਪਹਿਲੀ ਸ਼ਤਾਬਦੀ ਦੇਸ਼ ਅੰਦਰ ਬਣਾਈ ਗਈ ਹੈ, ਜਿਹੜੀ ਇਸ ਪੱਧਰ 'ਤੇ ਬਣਾਈ ਗਈ ਸੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕੋਲ। ਤੁਸੀਂ ਵੀ ਅਗਰ 50 ਸਾਲ ਦੇ ਪੁਰਾਣੇ ਇਤਿਹਾਸ ਚੁੱਕ ਕੇ ਦੇਖ ਲਓ, ਕਿਸੇ ਨੇ ਕੋਸ਼ਿਸ਼ ਵੀ ਨਹੀਂ ਕੀਤੀ ਗੁਰਦੁਆਰਾ 'ਚ ਕੀਰਤਨ ਕਰਾਓ। ਇਹ ਸ਼ਤਾਬਦੀ ਹੁੰਦੀ ਸੀਗੀ। ਸ਼ਤਾਬਦੀ ਇਹ ਨਹੀਂ ਹੈਗੀ, ਸ਼ਤਾਬਦੀ ਜਨ ਜਨ ਤੱਕ ਪਹੁੰਚਾਉਣ ਦਾ ਇੱਕ ਮੌਕਾ ਹੈ, ਲੋਕਾਂ ਨੂੰ ਜੋੜਨ ਦਾ ਮੌਕਾ ਹੈ। ਜਿਹੜੇ ਸਿੱਖ ਨਹੀਂ ਹੈਗੇ ਉਹਨਾਂ ਤੱਕ ਇਤਿਹਾਸ ਪਹੁੰਚਾਉਣ ਦਾ ਇੱਕ ਮੌਕਾ ਹੈ, ਜਿਸ ਦਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਭਰਪੂਰ ਉਸ ਦਾ ਸਹੀ ਮਾਇਨੇ ਦੇ ਅੰਦਰ ਉਹਦਾ ਤਰੀਕੇ ਨਾਲ ਇਸਤੇਮਾਲ ਕਰਕੇ ਤੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਇਹੀ ਕਾਰਨ ਰਿਹਾ ਕਿ ਮੈਟਰੋ ਰੇਲ ਹੋਣ ਜਾਂ
ਕਨੌਟ ਪਲੇਸ ਹੋਵੇ ਜਾਂ ਇੰਡੀਆ ਗੇਟ ਹੋਵੇ ਜਾਂ ਸਟੇਡੀਅਮਸ ਹੋਣ, ਉਹਨਾਂ 'ਚ ਜਾ ਕੇ ਅਸੀਂ ਲੋਕਾਂ ਨੂੰ ਸੰਦੇਸ਼ ਦਿੱਤਾ, ਸਟਰੀਟ ਪ੍ਰਚਾਰ ਦੇ ਨਾਮ ਤੇ ਲੋਕਾਂ ਨੂੰ ਸੰਦੇਸ਼ ਦਿੱਤਾ, ਦੱਸਿਆ ਕਿ ਕਿਉਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਰੂਪਮਾ ਤੇ ਵਡਿਆਈ ਕਰਨੀ ਸਾਰਿਆਂ ਨੂੰ ਜ਼ਰੂਰੀ ਹੈ। ਸਿਰਸਾ ਸਾਹਿਬ ਠੀਕ ਹੈ, ਤੁਹਾਡੀ ਗੱਲ ਸਭ ਕੁਝ ਠੀਕ ਆ, ਅਸੀਂ ਮੰਨਦੇ ਹਾਂ। ਤੁਸੀਂ ਪ੍ਰਚਾਰ ਕੀਤਾ, ਘਰ ਘਰ ਤੱਕ ਸੁਨੇਹਾ ਪਹੁੰਚਾਇਆ, ਗੁਰੂ ਨਾਨਕ ਦੇਵ ਜੀ ਬਾਰੇ ਦੱਸਿਆ। ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪਰਿਵਾਰ ਹੈ, ਉਹਨਾਂ ਨੂੰ ਤੁਸੀਂ ਦੱਸੋਗੇ। ਪਰ ਅੱਜ ਵੀ ਇੱਦਾਂ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਜਿੱਥੇ ਕੇਸਾਂ ਦੀ ਬੇਅਦਬੀ ਹੁੰਦੀ ਹੈ, ਜਿੱਥੇ ਪੱਗ ਦੀ ਬੇਅਦਬੀ ਹੁੰਦੀ ਹੈ। ਉਹ ਲੋਕ ਕਿਉਂ ਨਹੀਂ ਸਮਝਦੇ ਵੀ ਸਿੱਖ ਦਾ ਕੀ ਮਹੱਤਵ ਹੈਗਾ, ਕਿੱਦਾਂ ਸਿੱਖ ਬਣੇ ਨੇ ਤੇ ਅੱਜ ਕੀ ਸਿੱਖ ਲੋਕਾਂ ਵਾਸਤੇ ਕਰ ਰਹੇ ਨੇ? ਨਹੀਂ, ਪਰ ਅਸੀਂ ਲੋਕਾਂ ਨੂੰ ਸਮਝਾਉਣ ਗਏ ਕਦੋਂ ਆ? ਸਮਝਾਉਣਾ ਔਰ ਝਗੜੇ ਕਰਨਾ ਦੋ ਅਲੱਗ-ਅਲੱਗ ਗੱਲਾਂ ਨੇ। ਅਸੀਂ ਸਮਝਾਉਣ ਦੀ ਕੋਸ਼ਿਸ਼ ਹੀ ਨਹੀਂ ਕਰਦੇ, ਅਸੀਂ ਲੋਕਾਂ ਨੂੰ ਇਹ ਦੱਸ ਨਹੀਂ ਪਾ ਰਹੇ ਖੜਿਆਂ ਕਰਕੇ, ਭਾਈ ਤੈਨੂੰ ਪਤਾ ਤੇਰਾ ਧਰਮ ਕਿਹਨੇ ਬਚਾਇਆ ਸੀ। ਜਦੋਂ ਤੱਕ ਤੁਸੀਂ ਲੋਕਾਂ ਨੂੰ ਮਹਿਸੂਸ ਨਹੀਂ ਕਰਾਓਗੇ, ਅਹਿਸਾਸ ਨਹੀਂ ਕਰਾਓਗੇ, ਉਹਦੇ ਵਾਸਤੇ ਪ੍ਰਚਾਰ ਤੇ ਪ੍ਰਸਾਰ ਨਹੀਂ ਕਰੋਗੇ। ਤੁਸੀਂ ਗੁਰਦੁਆਰੇ 'ਚ ਪ੍ਰਚਾਰ ਕਰਦੇ ਜੇ ਤੇ ਗੁਰਦੁਆਰੇ 'ਚ ਤਾਂ ਪਹਿਲਾਂ ਹੀ ਸਿੱਖ ਆਉਂਦੇ ਨੇ। ਗੁਰਦੁਆਰੇ 'ਚ ਕੌਣ ਆਉਂਦਾ ਹੈ? ਜਿਹਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਰਨਾਂ ਦੇ ਅੰਦਰ ਸ਼ਰਧਾ ਸਤਿਕਾਰ ਤੇ ਭਾਵਨਾ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਨਾਲ ਜੁੜਿਆ ਹੈ, ਜਿਹੜਾ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ, ਉਹੀ ਆਏਗਾ ਨਾ ਜੋ ਗੁਰੂ ਨਾਨਕ ਦੇਵ ਪਾਤਸ਼ਾਹ 10 ਗੁਰੂਆਂ ਦੇ ਚਰਨਾਂ ਨਾਲ ਜੁੜਿਆ ਹੋਊਗਾ। ਜਿਹਨੂੰ ਉਹਨਾਂ ਦੇ ਬਾਰੇ 'ਚ ਪਤਾ ਨਹੀਂ, ਉਹਨਾਂ ਦੇ ਇਤਿਹਾਸ ਦੇ ਬਾਰੇ 'ਚ ਪਤਾ ਨਹੀਂ, ਅਗਰ ਤੁਸੀਂ ਉਹਨੂੰ ਜੋੜਨਾ ਤਾਂ ਕੀ ਕਰੋਗੇ? ਗੁਰੂ ਘਰ ਤੋਂ ਬਾਹਰ ਜਾ ਕੇ ਪ੍ਰਚਾਰ ਕਰਨਾ ਪਊਗਾ, ਸਧਾਰਨ ਜਗ੍ਹਾਵਾਂ 'ਤੇ ਪ੍ਰਚਾਰ ਪਹੁੰਚਾਉਣਾ ਪਊਗਾ ਜਿੱਥੇ ਆਮ ਲੋਕ ਆਉਂਦੇ ਨੇ। ਸੋ ਉਹ ਚੀਜ਼ ਨੂੰ ਅਸੀਂ ਕਦੀ ਅਡਾਪਟ ਨਹੀਂ ਕੀਤਾ। ਸੋਸ਼ਲ ਮੀਡੀਆ ਦੇ ਮਾਧਿਅਮ ਤੇ ਅੱਜ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕੋਲ ਵਰਲਡ ਦਾ ਸਭ ਤੋਂ ਵੱਡਾ ਪਲੇਟਫਾਰਮ ਆ। ਇੰਨੇ ਵੈਰੀਫਾਈਡ ਚੈਨਲ, ਇੰਨਾ ਲਾਈਵ ਟੈਲੀਵਿਜ਼ਨਸ 'ਤੇ ਉਹਦਾ ਪਰਪਸ ਕੀ ਸਾਡਾ? ਅਸੀਂ ਰੋਜ਼ ਨਵੀਆਂ ਗੁਰੂ ਸਾਹਿਬ ਦੇ ਇਤਿਹਾਸ ਤੋਂ ਜਾਣਕਾਰੀਆਂ, ਸਾਡੇ ਸਿੱਖ ਵਿਦਵਾਨਾਂ ਦੀਆਂ, ਸਾਡੇ ਸਿੱਖ ਜਰਨੈਲਾਂ ਦੀਆਂ, ਇਹ ਸਭ ਦੀ ਅਸੀਂ ਜਾਣਕਾਰੀਆਂ ਬਣਾ ਕੇ 3-3 4-4 ਮਿੰਟ ਦੀ ਬਰੀਫ ਵੀਡੀਓਜ਼ ਪਾ ਕੇ ਭੇਜਦੇ ਹਾਂ ਕਈ ਲੈਂਗੁਏਜਸ ਅੰਦਰ। ਉਹਦਾ ਪਰਪਸ ਕੀ ਆ? ਤਾਂ ਕਿ ਆਮ ਲੋਕਾਂ ਤੱਕ ਪਹੁੰਚਿਆ ਜਾਵੇ। ਪਰ ਉਸ 'ਤੇ ਵੀ ਤਾਂ ਕੂੜ ਪ੍ਰਚਾਰ ਕੀਤਾ ਜਾ ਰਿਹਾ, ਕਈ ਇਲਜ਼ਾਮ ਤੁਹਾਡੇ 'ਤੇ ਲਾਏ ਜਾ ਰਹੇ ਨੇ ਜਿਹੜੇ ਸੋਸ਼ਲ ਮੀਡੀਆ ਦੇ। ਦੇਖੋ ਮੇਰੀ ਸਮਝੋ, ਕਿਉਂਕਿ ਉਹਨਾਂ ਦਾ ਪਰਪਸ ਕੰਮ ਕਰਨਾ ਨਹੀਂ ਹੈਗਾ ਨਾ। ਜਿਹੜਾ ਕੰਮ ਕਰੇਗਾ ਉਸ ਨੂੰ ਕੰਮ ਕਰਨ ਤੋਂ ਰੋਕਿਆ ਜਾਏਗਾ। ਰੋਕਣ ਦਾ ਬੜਾ ਸਧਾਰਨ ਜਿਹਾ ਤਰੀਕਾ ਕਿ ਤੁਸੀਂ ਇਲਜ਼ਾਮ ਲਾਓ, ਬੰਦਾ ਘਬਰਾ ਜਾਏ। ਮੈਂ ਬਾਰ-ਬਾਰ ਕਹਿੰਦਾ ਕਿ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਦਰ 'ਤੇ, ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦਰ 'ਤੇ ਸੇਵਾ ਕਰਨ ਵਾਲਾ ਸੇਵਾਦਾਰ ਹਾਂ। ਮੇਰਾ ਮਾਲਕ ਸੱਚੇ ਪਿਤਾ ਪਰਮੇਸ਼ਵਰ ਜਦੋਂ ਤੱਕ ਮੇਰੇ ਨਾਲ ਆ, ਮੈਨੂੰ ਕਿਸੇ ਤੋਂ ਡਰ ਨਹੀਂ ਲੱਗਦਾ। ਮੇਰਾ ਕੰਮ ਹੀ ਇਹ ਆ ਕਿ ਗੁਰਦੁਆਰਾ ਕਮੇਟੀ ਦਾ ਪ੍ਰਚਾਰ ਤੇ ਪ੍ਰਸਾਰ, ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ, ਜਿਹੜਾ ਮੈਂ ਡਟ ਕੇ ਕਰਦਾ। ਮੈਂ ਕੋਈ ਪਰਵਾਹ ਨਹੀਂ ਕਰਦਾ, ਜੋ ਮਰਜ਼ੀ ਕੋ ਬੋਲੀ ਜਾਵੇ, ਉਹਨਾਂ ਦਾ ਕੰਮ ਬੋਲਣਾ ਹੀ ਤਾਂ ਹੈਗਾ ਹੈ। ਹਾਂ, ਮੈਨੂੰ ਅੱਛਾ ਲੱਗਦਾ ਉਹ ਕਹਿੰਦੇ ਜੀ ਅਸੀਂ ਇਹ ਵਾਲਾ ਮਾਡਲ ਅਡਾਪਟ ਕੀਤਾ ਹੈ, ਅਸੀਂ ਇਸ ਤੋਂ ਬੈਟਰ ਆ। ਸਾਡਾ ਇਹ ਕਹਿਣਾ ਕਿ ਦਿੱਲੀ ਕਮੇਟੀ ਇਹ ਵਾਲਾ ਮਾਡਲ ਅਡਾਪਟ ਕਰੇ। ਮੈਂ ਕਹਿੰਦਾ ਯਾਰ ਇਹ ਬੜਾ ਅੱਛਾ ਸੁਝਾਅ ਆਇਆ ਇਹਨਾਂ ਦਾ, ਆਪਾਂ ਨੂੰ ਇਹ ਵਾਲਾ ਕੰਮ ਕਰਨਾ ਚਾਹੀਦਾ। ਉਹਨਾਂ ਦਾ ਪਰਪਸ ਤਾਂ ਕੇਵਲ ਵਿਰੋਧ ਕਰਨਾ ਹੈ, ਭਜਾਉਣਾ ਹੈ ਲੋਕਾਂ ਨੂੰ, ਹਟਾਉਣਾ ਹੈ ਲੋਕਾਂ ਨੂੰ, ਕੰਮ ਕਰਨ ਤੋਂ ਰੋਕਣਾ ਲੋਕਾਂ ਨੂੰ, ਉਹ ਤਾਂ ਨਹੀਂ ਹੋ ਸਕਦਾ। ਸੋ ਬਿਲਕੁਲ ਇਹ ਸਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ। ਸਾਡੀ ਇਹ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਆਪ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸਾਡੇ ਨਾਲ ਇੱਥੇ ਮੌਜੂਦ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਜਿਨ੍ਹਾਂ ਨੂੰ ਜ਼ਿੰਮੇਵਾਰੀ ਇਸ ਫਾਰਮੇਸੀ ਦੀ ਸੌਂਪੀ ਗਈ ਹੈ, ਭੁਪਿੰਦਰ ਸਿੰਘ ਭੁੱਲਰ। ਭੁੱਲਰ ਸਾਹਿਬ, ਇੱਕ ਹਫ਼ਤਾ ਤਕਰੀਬਨ ਹੋ ਚੁੱਕਿਆ ਹੈ ਫਾਰਮੇਸੀ ਖੁੱਲ੍ਹੇ ਨੂੰ, ਕਿੱਦਾਂ ਦਾ ਪ੍ਰਭਾਵ ਸੰਗਤ ਦਾ ਦੇਖਣ ਨੂੰ ਮਿਲਿਆ? ਮੈਂ ਸਮਝਦਾ ਹਾਂ ਕਿ ਜਿਸ ਦਿਨ ਇਹਦਾ ਉਦਘਾਟਨ ਹੋਇਆ ਸੀ, ਜਿਸ ਦਿਨ ਸ਼ੁਭ ਆਰੰਭ ਹੋਇਆ ਸੀ, ਉਸ ਦਿਨ ਤੋਂ ਲੈ ਕੇ ਅੱਜ ਤੱਕ ਰੋਜ਼ ਸੰਗਤ ਦਾ ਇਜ਼ਾਫਾ ਹੀ ਹੋ ਰਿਹਾ ਔਰ ਬਹੁਤ ਦੂਰੋਂ ਤੋਂ ਸੰਗਤ ਆ ਰਹੀ ਹੈ ਔਰ ਸੰਗਤ ਨੂੰ ਇਸ ਚੀਜ਼ ਦਾ ਬਹੁਤ ਲਾਹਾ ਮਿਲਦਾ ਪਿਆ। ਇੱਕ ਸਵਾਲ ਮੈਂ ਪਹਿਲਾਂ ਵੀ ਪੁੱਛਿਆ ਸੀਗਾ ਤੇ ਮੈਂ ਅੱਜ ਵੀ ਪੁੱਛ ਰਿਹਾ, ਕਿਉਂਕਿ ਜਦੋਂ ਕੋਈ ਨਵਾਂ ਕੰਮ ਸ਼ੁਰੂ ਹੁੰਦਾ ਨਾ ਤੇ ਉਦੋਂ ਹੀ ਪਤਾ ਲੱਗਦਾ ਹੁੰਦਾ ਵੀ ਕੀ ਅੜਚਣਾਂ ਆ ਰਹੀਆਂ, ਕੀ ਦਿੱਕਤ ਆ ਰਹੀ ਹੈ ਕਿਸ ਚੀਜ਼ ਨੂੰ ਲੈ ਕੇ। ਜਿੱਦਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਇੱਥੇ ਬਹੁਤ ਸਸਤੇ ਦਾਮ 'ਤੇ ਦੇ ਰਹੀ ਹੈ, ਕਿਉਂਕਿ ਨਾ ਤੁਹਾਡੇ ਇਹਦੇ ਅੰਦਰ ਕਮਿਸ਼ਨ ਹੈਗਾ, ਨਾ ਤੁਸੀਂ ਇਹਦੇ ਅੰਦਰ ਮਾਰਜਨ ਰੱਖ ਰਹੇ ਹੋ। ਹਾਲਾਂਕਿ ਸੈਲਰੀ ਜਿਹੜੀ ਹੈਗੀ ਉਹ ਵੀ ਦਿੱਲੀ ਕਮੇਟੀ ਆਪ ਦੇ ਰਹੀ ਹੈ। ਪਰ ਇੱਥੇ ਜਿਹੜੀਆਂ ਨੀਅਰ ਕੈਮਿਸਟ ਹੈਗੀਆਂ ਉਹ ਕੀ ਨਕਲੀ ਇੱਦਾਂ ਦੀਆਂ ਪ੍ਰਿਸਕ੍ਰਿਪਸ਼ਨ ਬਣਾ ਕੇ ਇੱਥੇ ਲਿਆ ਕੇ ਤੁਹਾਨੂੰ ਦੇਣ? ਤੁਸੀਂ ਕਿੱਦਾਂ ਉਸ ਚੀਜ਼ ਨੂੰ ਵੈਰੀਫਾਈ ਕਰ ਰਹੇ ਹੋ? ਦੇਖੋ ਸਾਡੇ ਕੋਲ ਜਿਹੜੇ ਆ ਸਿਸਟਮਸ ਲੱਗੇ ਹੋਏ ਨੇ ਨਾ, ਇਹ ਸਿਸਟਮ ਸਾਰੇ ਆਨਲਾਈਨ ਹੈਗੇ ਨੇ ਔਰ ਅਸੀਂ ਇਹਦੇ ਤੇ ਬਹੁਤ ਸ਼ੋਰ ਹੈਗੇ ਹਾਂ ਕਿ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਤੋਂ ਇਲਾਵਾ, ਕਿਉਂਕਿ ਅਸੀਂ ਜਦ ਆਨਲਾਈਨ ਹੈਗੇ, ਜਦ ਇਹਦੀ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਪਾਈ ਜਾਂਦੀ ਹੈ, ਜੇ ਕਿਸੇ ਹਸਪੀਟਲ ਦੀ ਕੁਛ ਹੈਗਾ ਇਹਦੇ ਆਥੈਂਟਿਕਿਟੀ ਸਾਨੂੰ ਇਹਦੇ 'ਤੇ ਪਤਾ ਲੱਗ ਜਾਂਦੀ ਹੈ ਔਰ ਅਸੀਂ ਆਪਣੇ ਸਟਾਫ ਨੂੰ ਪੂਰਾ ਅਵੇਅਰ ਕੀਤਾ ਦਾ ਕਿ ਤੁਹਾਨੂੰ ਅਗਰ ਕਿਤੇ ਵੀ ਸ਼ੱਕ ਪੈਂਦਾ ਜਾਂ ਕਿਤੇ ਵੀ ਕੋਈ ਗੱਲ ਲੱਗਦੀ ਹੈ ਤੁਹਾਨੂੰ ਕਿ ਕੋਈ ਇਸ ਤਰ੍ਹਾਂ ਦੀ ਗੱਲ ਹੈਗੀ ਆ, ਤੇ ਉਸੇ ਟਾਈਮ ਹੀ ਜਿਹੜਾ ਹੈਗਾ ਅੰਦਰ ਜਿਹੜੇ ਸੀਨੀਅਰ ਫਾਰਮਾਸਿਸਟ ਬੈਠੇ ਉਹਨੂੰ ਇਨਫੋਰਮ ਕੀਤਾ ਜਾਏ। ਪਰ ਪ੍ਰਿਸਕ੍ਰਿਪਸ਼ਨ ਜਿਹੜੀ ਹੈਗੀ ਉਹ ਨਕਲੀ ਵੀ ਤਾਂ ਬਣ ਸਕਦੀ ਹੈ। ਕੋਈ ਆਪਣੀ ਆਪ ਸਟੈਂਪ ਕੋਈ ਲਾ ਕੇ, ਕੋਈ ਜਾਲੀ ਲਾ ਕੇ ਤੁਹਾਡਾ ਇੱਥੋਂ ਜਿੰਨਾ ਮਾਰਜਨ ਹੈਗਾ ਉਹ ਤੂੰ ਗੇਨ ਕਰਕੇ ਉਹ ਲੈ ਜਾਏਗਾ। ਨਹੀਂ, ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈਗੀ ਹੈ ਕਿ ਜਿਹੜੀ ਡਾਕਟਰ ਦੀ ਰਾਈਟਿੰਗ ਹੈਗੀ ਹੈ ਜਾਂ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਹੈ, ਕਿਉਂਕਿ ਅਸੀਂ ਮੈਡੀਸਨ ਜ਼ਿਆਦਾ ਦਿੰਦੇ ਨਹੀਂ, ਅਸੀਂ ਉਨੀ ਦਿੰਦੇ ਜਿੰਨੇ ਉੱਤੇ ਲਿਖੀ ਹੋਵੇ। ਜਿਹਦੇ ਉੱਤੇ ਬਹੁਤ ਜ਼ਿਆਦਾ ਓਵਰ ਲਿਖੀ ਹੋਏਗੀ ਉਹ ਆਪਣੇ ਆਪ ਸ਼ੱਕ ਦੇ ਦਾਇਰੇ 'ਚ ਆ ਜਾਏਗਾ ਔਰ ਸਾਨੂੰ ਪਤਾ ਲੱਗੇਗਾ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਜਿੱਦਾਂ ਇਹ ਫਾਰਮੇਸੀ ਦੇ ਵਿੱਚ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ, ਡਿਸਕਾਊਂਟ 'ਤੇ ਦਿੱਤਾ ਜਾ ਰਿਹਾ, ਕੋਈ ਇੱਦਾਂ ਦਾ ਸਟਾਕ ਜਿਹੜਾ ਖਤਮ ਹੋ ਗਿਆ ਹੋਵੇ ਜਾਂ ਲਿਆਉਣ ਵਿੱਚ ਤੁਹਾਨੂੰ ਦਿੱਕਤ ਹੋ ਰਹੀ ਹੋਵੇ, ਉਸ ਚੀਜ਼ ਨੂੰ ਕਿੱਦਾਂ ਹੈਂਡਲ ਕਰ ਰਹੇ ਹੋ?
ਅਸੀਂ ਦੇਖੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਕੋਲ ਜਿੱਥੇ ਆਨਲਾਈਨ ਸਾਰਾ ਕੁਝ ਹੋ ਰਿਹਾ ਨਾਲ ਅਸੀਂ ਮੈਨੂਅਲ ਰਜਿਸਟਰ ਵੀ ਲਗਾ ਰੱਖਿਆ ਹੈਗਾ ਔਰ ਜਿਹੜੀ ਸਾਡੇ ਕੋਲ ਮੈਡੀਸਿਨ ਖਤਮ ਹੋ ਜਾਂਦੀ ਹੈ ਉਹ ਸੇਮ ਡੇ ਅਸੀਂ ਆਰਡਰ ਕਰ ਦੇਗੇ ਹਾਂ ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪੇਸ਼ੈਂਟ ਨੂੰ ਸੇਮ ਡੇ ਸ਼ਾਮ ਤੱਕ ਪ੍ਰੋਵਾਈਡ ਕਰਾਈਏ, ਨਹੀਂ ਤਾਂ ਨੈਕਸਟ ਡੇ ਜ਼ਰੂਰ ਪ੍ਰੋਵਾਈਡ ਕਰਵਾਈਏ। ਜਿੱਦਾਂ ਹੁਣ ਕਰੋਨਾ ਦੀ ਮਹਾਮਾਰੀ ਚੱਲ ਰਹੀ ਹੈ, ਇਸ ਦੇ ਵਿੱਚ ਹੋਰ ਵੀ ਕਈ ਬਿਮਾਰੀਆਂ ਹੈਗੀਆਂ ਜਿਹੜੀਆਂ ਪਹਿਲਾਂ ਤੋਂ ਚੱਲ ਰਹੀਆਂ, ਭਾਵੇਂ ਉਹ ਕੈਂਸਰ ਦੀ ਹੋਵੇ, ਭਾਵੇਂ ਉਹ ਹਰ ਇੱਕ ਚੀਜ਼ ਦੀ ਇੱਦਾਂ ਦੀ ਹੋਵੇ, ਉਹਨਾਂ ਦੀ ਦਵਾਈਆਂ ਬੜੀਆਂ ਕਾਸਟਲੀ ਹੁੰਦੀਆਂ, ਬੜੀਆਂ ਮਹਿੰਗੀਆਂ ਹੁੰਦੀਆਂ ਨੇ, ਤੇ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਇੱਥੇ ਰੱਖਦੇ ਹੋਵੋਗੇ। ਅਗਰ ਉਹ ਆਰਡਰ ਕਰੇ ਜਾਂ ਫਿਰ ਉਹ ਮੰਗਾਣ, ਕੀ ਉਹਨਾਂ ਨੂੰ ਉਹ ਕਿੰਨੀ ਦੇਰ ਦੇ ਵਿੱਚ ਮਿਲ ਜੇਗੀ ਜਾਂ ਤੁਸੀਂ ਮੰਗਵਾਓਗੇ? ਮੈਂ ਆਪ ਜੀ ਦੀ ਨੌਲੇਜ ਵਾਸਤੇ ਦੱਸਣਾ ਚਾਹੁੰਦਾ, ਸਾਰੀ ਸਾਧ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਜਿਵੇਂ ਗੱਲ ਕੀਤੀ ਕਿ ਤੁਸੀਂ ਹਾਰਟ ਦੀ, ਕਿਡਨੀ ਦੀ, ਲੀਵਰ ਦੀ ਜਾਂ ਈਵਨ ਕੈਂਸਰ ਤੱਕ ਦੀ ਜਿਹੜੀਆਂ ਇਹੋ ਜਿਹੀਆਂ ਦਵਾਈਆਂ ਹੈਗੀਆਂ ਨੇ, ਅਸੀਂ ਮੈਕਸੀਮਮ ਦਵਾਈਆਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ ਨੇ। ਜਿਵੇਂ ਸਾਡੇ ਕੋਲ ਡਿਮਾਂਡ ਆਉਂਦੀ ਪਈ ਹੈ, ਜਿਨ੍ਹਾਂ ਦਵਾਈਆਂ ਦੀ ਜ਼ਿਆਦਾ ਡਿਮਾਂਡ ਆਉਂਦੀ ਹੈ, ਉਹ ਦਵਾਈਆਂ ਅਸੀਂ ਇੱਥੇ ਰੱਖਣੀਆਂ ਸ਼ੁਰੂ ਕਰ ਦਿੱਤੀਆਂ, ਕਿਉਂਕਿ ਉਹ ਦਵਾਈਆਂ ਬਹੁਤ ਜ਼ਿਆਦਾ ਕਾਸਟਲੀ ਹੈਗੀਆਂ ਔਰ ਇੱਥੇ ਬੜੇ ਵੱਡੇ ਮਾਰਜਨ 'ਤੇ ਉਹ ਘੱਟ ਹੁੰਦੀਆਂ ਨੇ। ਪਰਸੋਂ ਚੌਥੀ ਆਪਣਾ ਇੱਕ ਕੈਂਸਰ ਦਾ ਇੱਕ ਇੰਜੈਕਸ਼ਨ ਹੈਗਾ ਸੀ ਜਿਹਦੇ ਉੱਤੇ 7,800 ਰੁਪਇਆ ਲਿਖਿਆ ਹੋਇਆ ਸੀ, ਉਹਦਾ MRP ਹੈਗੀ ਸੀ ਔਰ ਅਸੀਂ 1,600 ਰੁਪਏ ਦੀ ਦਿੱਤਾ ਹੈਗਾ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਅਗਲਾ ਰੁਖ ਕੀ ਹੋਣ ਵਾਲਾ? ਅਗਲਾ ਇਹ ਸੈਂਟਰ ਕਿੱਥੇ ਖੁੱਲ੍ਹ ਸਕਦਾ? ਜਿੱਥੇ ਵੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਡਿਸਪੈਂਸਰੀਆਂ ਹੈਗੀਆਂ ਨੇ, ਉੱਥੇ ਇਹ ਇਸ ਤਰ੍ਹਾਂ ਦੇ ਬਾਲਾ ਪ੍ਰੀਤਮ ਦਵਾਖਾਨੇ ਖੋਲ੍ਹੇ ਜਾਣਗੇ ਔਰ ਜਿਹੜਾ ਇਹ ਤੋਂ ਬਾਅਦ ਦਾ ਨੈਕਸਟ ਸਟੈਪ ਹੈਗਾ ਉਹ ਨਾਨਕ ਪਿਆਓ ਗੁਰਦੁਆਰਾ ਹੈ। ਸੋ ਬਿਲਕੁਲ ਇਹ ਸਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਅਤੇ ਜਿਨ੍ਹਾਂ ਨੂੰ ਇੱਥੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਉਹਨਾਂ ਦੇ ਪ੍ਰਧਾਨ। ਗੁੰਜਾ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਬਸ ਹੈ ਨਹੀਂ। ਮੈਨੂੰ ਇਜਾਜ਼ਤ ਦਿਓ। ਧੰਨਵਾਦ।